हेलो स्टूडेंट टीवी स्कूल ਤੇ ਤੁਹਾਡਾ ਸਵਾਗਤ ਹੈ। ਮੇਰਾ ਨਾਮ ਹੈ ਪ੍ਰਭਜੋਤ ਸਿੰਘ। ਮੈਂ ਤੁਹਾਨੂੰ ਕਲਾਸ 10th ਦਾ ਚੈਪਟਰ ਨੰਬਰ 14 ਕਰ ਰਿਹਾ। ਮੈਥਸ ਦਾ ਚੈਪਟਰ ਹੈ ਜਿਹਦਾ ਨਾਮ ਹੈ ਸਟੈਟਿਸਟਿਕਸ। ਸੋ ਪਿਛਲੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਮੀਨ ਕੱਢਣ ਦਾ ਤਰੀਕਾ, ਜੋ ਆਪਾਂ ਫਾਰਮੂਲਾ ਲਿਖਿਆ ਸੀ ਸਮੀਸ਼ਨ xi fi ਡਿਵਾਈਡਡ ਬਾਈ ਸਮੀਸ਼ਨ fi। ਉਸ ਮੈਥਡ ਨੂੰ ਅਸੀਂ ਕਿਹਾ ਸੀ ਇੱਕ ਡਾਇਰੈਕਟ ਮੈਥਡ, ਔਰ ਮੈਂ ਤੁਹਾਨੂੰ ਕਿਹਾ ਸੀਗਾ ਕੁਝ ਕੁਐਸਚਨ ਟਰਾਈ ਕਰਨ ਲਈ। ਉਮੀਦ ਕਰਦਾ ਤੁਸੀਂ ਕੁਐਸਚਨ ਟਰਾਈ ਕੀਤੇ ਹੋਣਗੇ। ਉਸ ਬੇਸਿਸ ਤੇ ਆਪਾਂ ਫਾਰਮੂਲਾ ਕੀ ਕੀਤਾ ਸੀ ਇੱਕ ਵਾਰ ਦੁਬਾਰਾ ਡਿਸਕਸ ਕਰ ਲੈਂਦੇ ਆ। ਮੀਨ ਇਜ਼ ਇਕੁਅਲ ਟੂ ਸਮੀਸ਼ਨ xi fi ਡਿਵਾਈਡਡ ਬਾਈ ਸਮੀਸ਼ਨ fi। ਸੋ ਇਹ ਫਾਰਮੂਲਾ ਕੀਤਾ ਸੀਗਾ, ਇਹਨੂੰ ਬੋਲਦੇ ਆਪਾਂ ਡਾਇਰੈਕਟ ਮੈਥਡ, ਜੋ ਕਿ ਹੈ ਮੀਨ ਕੱਢਣ ਦਾ ਇੱਕ ਤਰੀਕਾ ਹੈ। ਅੱਜ ਆਪਾਂ ਡਿਸਕਸ ਕਰਾਂਗੇ ਥੋੜੇ ਜਿਹੇ ਈਜ਼ੀ ਫਾਰਮੂਲੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਜੇ ਤੁਸੀਂ ਪ੍ਰੈਕਟਿਸ ਕੀਤੀ ਵੀ ਹੋਏਗੀ ਡਾਇਰੈਕਟ ਮੈਥਡ ਦੇ ਨਾਲ ਤਾਂ ਤੁਸੀਂ ਦੇਖਿਆ ਹੋਣਾ ਕੈਲਕੂਲੇਸ਼ਨ ਬਹੁਤ ਜ਼ਿਆਦਾ ਹੋ ਰਹੀ ਸੀਗੀ। ਹੁਣ ਅਸੀਂ ਕੀ ਕਰਾਂਗੇ, ਉਹ ਕੈਲਕੂਲੇਸ਼ਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੱਕ ਕੁਐਸਚਨ ਮੈਂ ਤੁਹਾਡੇ ਅੱਗੇ ਲਿਖਿਆ ਹੋਇਆ ਹੈ, ਪਹਿਲਾਂ ਨੂੰ ਆਪਾਂ ਡਾਇਰੈਕਟ ਮੈਥਡ ਨਾਲ ਕਰਕੇ ਦੇਖਾਂਗੇ, ਫਿਰ ਦੇਖਾਂਗੇ ਕਿੱਥੇ ਪ੍ਰੋਬਲਮ ਆ ਰਹੀ ਸੀਗੀ, ਕੈਲਕੂਲੇਸ਼ਨ ਵਿੱਚ ਪ੍ਰੋਬਲਮ ਆ ਰਹੀ ਹੈ, ਫਿਰ ਉਸ ਕੈਲਕੂਲੇਸ਼ਨ ਨੂੰ ਆਪਾਂ ਈਜ਼ੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਕੁਐਸਚਨ ਤੁਹਾਡੇ ਸਾਹਮਣੇ ਮੈਂ ਪਹਿਲਾਂ ਹੀ ਲਿਖਿਆ ਹੋਇਆ ਹੈ। ਸੋ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ, ਡਾਟਾ ਨੂੰ ਰੀਡ ਕਰਨਾ। ਸੋ ਇਹ ਕੀ ਰਿਪਰੈਜ਼ੈਂਟ ਕਰ ਰਿਹਾ ਹੈ, ਕਲਾਸ ਇੰਟਰਵਲ। ਇਹ ਰਿਪਰੈਜ਼ੈਂਟ ਕਰ ਰਿਹਾ ਹੈ ਨੰਬਰ ਆਫ ਸਟੂਡੈਂਟਸ। ਸੋ ਇਹ ਕਲਾਸ ਇੰਟਰਵਲ ਹੈ, ਮਤਲਬ ਇੱਕ ਪੇਪਰ ਹੋਇਆ ਸੀਗਾ 100 ਨੰਬਰ ਦਾ ਪੇਪਰ ਹੋਇਆ ਸੀਗਾ ਇੰਗਲਿਸ਼ ਦਾ ਮੰਨ ਲਓ, ਤਾਂ ਉਹਦੇ ਵਿੱਚ 10 to 25 ਮਾਰਕਸ ਜਿਹੜੇ ਬੱਚਿਆਂ ਦੇ ਆਏ ਨੇ ਉਹ 2 ਬੱਚੇ ਸੀਗੇ। ਜਿਨ੍ਹਾਂ ਦੇ ਮਾਰਕ 25 to 40 ਦੇ ਵਿੱਚ ਆਏ ਸੀ ਉਹ 3 ਬੱਚੇ ਸੀਗੇ। ਜਿਨ੍ਹਾਂ ਦੇ ਮਾਰਕ 40 to 55 ਆਏ ਸੀ ਉਹ 7 ਬੱਚੇ ਸੀਗੇ। ਤੇ ਜਿਨ੍ਹਾਂ ਦੇ ਮਾਰਕਸ 55 to 70 ਆਏ ਸੀਗੇ ਉਹ 6 ਬੱਚੇ ਸੀਗੇ। ਜਿਨ੍ਹਾਂ ਦੇ ਮਾਰਕਸ 70 to 85 ਆਏ ਸੀ ਉਹ ਵੀ 6 ਬੱਚੇ ਸੀਗੇ। ਤੇ ਜਿਨ੍ਹਾਂ ਦੇ 85 to 100 ਆਏ ਸੀ ਉਹਨਾਂ ਦੇ ਉਹ ਵੀ ਬੱਚੇ ਕਿੰਨੇ ਸੀਗੇ, 6 ਬੱਚੇ ਸੀਗੇ। ਹੁਣ ਸਾਨੂੰ ਕੁਐਸਚਨ ਬੋਲਿਆ ਗਿਆ ਕਿ ਇਹਦਾ ਮੀਨ ਕੱਢੋ, ਤਾਂ ਸਭ ਤੋਂ ਪਹਿਲਾਂ ਆਪਾਂ ਕਿਹੜਾ ਮੈਥਡ ਲਗਾਵਾਂਗੇ, ਡਾਇਰੈਕਟ ਮੈਥਡ ਲਾਵਾਂਗੇ। ਸੋ ਡਾਇਰੈਕਟ ਮੈਥਡ ਲਈ ਆਪਾਂ ਨੂੰ ਕਲਾਸ ਇੰਟਰਵਲ ਦਿੱਤੀ ਹੋਈ ਹੈ। ਸੋ ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੋਏਗਾ, ਕਲਾਸ ਮਾਰਕ ਕੱਢਣਾ। ਸੋ ਨੈਕਸਟ ਕਾਲਮ ਜਿਹੜਾ ਮੈਂ ਬਣਾਉਂਗਾ ਉਹ ਕਿਹੜਾ ਕਾਲਮ ਬਣਾਉਂਗਾ, ਕਲਾਸ ਮਾਰਕ ਦਾ। ਮੈਂ ਥੋੜਾ ਜਿਹਾ ਛੋਟਾ ਕਰ ਰਿਹਾ, ਠੀਕ ਹੈ, ਕਿਉਂਕਿ ਆਪਣੇ ਕੋਲ ਜਗ੍ਹਾ ਘੱਟ ਹੈ। ਸੋ ਨੰਬਰ ਆਫ ਸਟੂਡੈਂਟਸ ਨੂੰ ਮੈਂ ਇਕੱਠੇ ਕਰ ਦੇਣਾ। ਸੋ ਇਹ ਟੇਬਲ ਜਿਹੜਾ ਹੈ ਇਹਨੂੰ ਸ਼ਾਰਟ ਕਰ ਲੈਂਦੇ ਆ, ਇਸ ਕਾਲਮ ਨੂੰ ਨੰਬਰ ਆਫ ਸਟੂਡੈਂਟਸ। ਸੋ ਨੈਕਸਟ ਕਾਲਮ ਹੈ ਸਾਡਾ ਕਲਾਸ ਮਾਰਕ ਬਣਾਉਣ ਦਾ, ਜਿਹਨੂੰ ਅਸੀਂ ਬੋਲਦੇ ਹਾਂ xi। ਸੋ xi ਕਿਵੇਂ ਕੱਢੀਦਾ ਹੁੰਦਾ ਸੀਗਾ, ਆਪਾਂ ਨੂੰ ਪਤਾ ਹੈ ਲੋਅਰ ਲਿਮਿਟ ਪਲੱਸ ਅਪਰ ਲਿਮਿਟ ਡਿਵਾਈਡਡ ਬਾਈ 2। ਸੋ ਆਪਾਂ ਕਿਹੜਾ ਮੈਥਡ ਲਾ ਰਹੇ ਹਾਂ, ਡਾਇਰੈਕਟ ਮੈਥਡ, ਜਿੰਦੇ ਲਈ ਆਪਾਂ ਨੂੰ ਪਤਾ ਹੈ ਇੰਟਰਵਲ ਦੇ ਲਈ ਆਪਾਂ ਨੂੰ ਪਹਿਲਾਂ ਕੱਢਣੀ ਪਏਗੀ 10 to 25 ਦੇ ਸੈਂਟਰ ਵਾਲੀ ਵੈਲਿਊ, ਜੋ ਕਿ ਅਪਰੋਕਸੀਮੇਟਲੀ ਦੱਸੇਗੀ ਕਿ ਨੰਬਰ 10 ਤੋਂ 25 ਦੇ ਵਿੱਚ ਕਿੰਨਾ ਸੀਗੇ। ਸੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ 10 plus 25 divided by 2। so 10 plus 25 हो गया 35, 35 by 2 आया 17.5। नेक्स्ट है 40 plus 25 divided by 2, that is 65 by 2। so 65 ਨੂੰ ਜੇ ਆਪਾਂ 2 ਨਾਲ ਡਿਵਾਈਡ ਕਰੀਏ ਆ ਜਾਊਗਾ 37.5। ਦੇਖੋ ਕਿਦਾਂ, नहीं 37.5 नहीं आएगा, 3 2 6, 2 2 4, then 32.5 आया। सो ਇਹਦੇ ਲਈ ਆਪਣੇ ਕੋਲ ਆ ਗਿਆ 32.5 ਕਲਾਸ ਮਾਰਕ। ਹੁਣ ਇਸ ਇੰਟਰਵਲ ਦੀ ਗੱਲ ਕਰੀਏ 55 plus 40 ਕਿੰਨਾ ਹੋ ਗਿਆ 90। ਸੋ 90 divided by 2, सॉरी 95 divided by 2, क्योंकि 40 plus 55 होएगा 95। 95 ਨੂੰ ਜੇ ਆਪਾਂ 2 ਨਾਲ ਡਿਵਾਈਡ ਕਰੀਏ ਤਾਂ 2 4s are 8, then 2 7s are, then decimal 47.5। so 47.5 आ गया। next 55 plus 70 divided by 2। so 55 plus 70 ਨੂੰ ਕਰ ਲੈਣੇ ਐਡ, ਪਹਿਲਾਂ ਆਪਾਂ ਇਹ ਆ ਜਾਊਗਾ 125। 125 ਨੂੰ ਆਪਾਂ 2 ਨਾਲ ਡਿਵਾਈਡ ਕਰਦੇ ਆ 2 6 ਆ, then 2 2s ਆ 62.5। so ਇਹਨੂੰ ਐਡ ਕਰਕੇ ਆ ਗਿਆ 62.5। नेक्स्ट ਆਪਾਂ ਕਰਦੇ ਹਾਂ 70 plus 85 divided by 2। ਐਡ ਕਰਕੇ ਦੇਖ ਲੈਣੇ ਆ 70 plus 85 ਨੂੰ। ਸੋ 70 plus 85 ਆ ਗਿਆ 5 ਔਰ ਇਹ ਆ ਗਿਆ 15। ਇਹਨੂੰ ਕਰਨਾ ਹੈ 2 ਨਾਲ ਡਿਵਾਈਡ, 2 7s are 14, then 7 again 1 कैरी हो गया 7s are, then 0.5। so 77.5। नेक्स्ट ਆਪਾਂ ਕਰਦੇ ਹਾਂ 85 plus 100 divided by 2, that is 185 divided by 2।
सो 185 डिवाइडेड बाय 2 कितना, ये आ गया 9, 2 2 ज़ा 4, देन डेसिमल 92.5। सो ਆਪਾਂ ਕੀ ਕੀਤਾ, ਸਭ ਦੀ ਕਲਾਸ ਮਾਰਕ ਕੱਢ ਲਿੱਤੀ ਹੈ। ਸੋ ਸਾਡਾ ਪਹਿਲਾ ਕੰਮ ਹੋ ਗਿਆ xi ਕੱਢਣ ਦਾ, ਜੋ ਕਿ ਹੁੰਦਾ ਹੈ ਕਲਾਸ ਮਾਰਕ। ਉਹਦੇ ਲਈ ਫਾਰਮੂਲਾ ਹੈ ਲੋਅਰ ਲਿਮਿਟ ਪਲਸ ਅਪਰ ਲਿਮਿਟ ਡਿਵਾਈਡਡ ਬਾਈ 2। ਸੋ 25 plus 10 divided by 2 आ गया 17.5, 40 plus 25 divided by 2 आ गया 32.5, then 55 plus 40 divided by 2 आ गया 47.5, 70 plus 55 divided by 2 आ गया 62.5, 85 plus 70 divided by 2 आ गया 77.5, 100 plus 85 divided by 2 आ गया 92.5। सो ਇਹ ਕੀ ਰਿਪਰੈਜ਼ੈਂਟ ਕਰ ਰਿਹਾ ਇਹਨਾਂ ਦੀ ਸੈਂਟਰਲ ਮਾਰਕਸ। ਸੋ 10 ਔਰ 25 ਦੇ ਵਿੱਚ ਸੈਂਟਰਲ ਮਾਰਕਸ ਕਿੰਨੇ ਨੇ 17.5 ਐਂਡ ਸੋ ਔਨ ਸੋ ਔਨ ਸੋ ਔਨ। ਹੁਣ ਆਪਾਂ ਨੂੰ ਪਤਾ ਹੈ ਨੰਬਰ ਆਫ ਸਟੂਡੈਂਟ ਕੀ ਰਿਪਰੈਜ਼ੈਂਟ ਕਰਦੇ ਨੇ fi। ਸੋ ਮੈਨੂੰ ਲਿਖ ਦੇਣਾ ਵਾ fi। ਸੋ ਆਪਣੇ ਕੋਲ ਨਿਕਲ ਆਇਆ fi ਵੀ ਪਤਾ ਹੈ xi ਵੀ ਪਤਾ ਹੈ। ਨੈਕਸਟ ਕਾਲਮ ਕੀ ਬਣੇਗਾ, ਹੁਣ ਸਾਨੂੰ ਪਤਾ ਹੈ 17.5 ਨੂੰ ਕਿੰਨੀ ਵਾਰੀ ਐਡ ਕਰਨਾ ਸੀ, 2 ਵਾਰੀ। ਸੋ ਇਸ ਕਰਕੇ ਮੈਂ ਕੀ ਕਰਦਾ 17.5 ਨੂੰ ਪਹਿਲਾਂ 2 ਨਾਲ ਮਲਟੀਪਲਾਈ ਕਰ ਲੂੰਗਾ। 32.5 ਜਿਹੜਾ ਹੈ ਉਹ ਵੀ ਕਿੰਨੀ ਵਾਰੀ ਆ ਰਿਹਾ, 3 ਵਾਰੀ ਆ ਰਿਹਾ। ਤਾਂ ਮਤਲਬ 32.5 ਨੂੰ 3 ਵਾਰੀ ਐਡ ਕਰਨ ਦੀ ਜਗ੍ਹਾ ਮੈਂ 32.5 ਨੂੰ 3 ਨਾਲ ਮਲਟੀਪਲਾਈ ਕਰ ਲੈਣਾ। ਦੈਨ 47.5 ਨੂੰ 7 ਵਾਰੀ ਐਡ ਕਰਨ ਦੀ ਜਗ੍ਹਾ ਸਿਰਫ 7 ਨਾਲ ਮਲਟੀਪਲਾਈ ਕਰ ਲੈਂਦੇ ਆ। ਐਂਡ ਸੇਮ ਤਰੀਕੇ ਨਾਲ ਇਦਾਂ ਹੀ ਕਰਾਂਗੇ, ਕਿਉਂਕਿ ਸਾਨੂੰ ਮੀਨ ਦਾ ਫਾਰਮੂਲਾ ਪਤਾ ਕਿ ਹੁੰਦਾ ਸਮ ਆਫ ਆਲ ਆਬਜ਼ਰਵੇਸ਼ਨ ਡਿਵਾਈਡਡ ਬਾਈ ਟੋਟਲ ਨੰਬਰ ਆਫ ਆਬਜ਼ਰਵੇਸ਼ਨ। तो इस करके अपना अगला कॉलम होएगा समीशन xi fi ली ਆਪਾਂ ਪਹਿਲਾਂ ਕੱਢਾਂਗੇ ਸਾਰਿਆਂ ਲਈ xi fi, ਠੀਕ ਹੈ। ਸੋ xi fi ਆਪਾਂ ਕੱਢਦੇ ਹਾਂ। ਸੋ 17.5 ਨੂੰ ਆਪਾਂ 2 ਨਾਲ ਮਲਟੀਪਲਾਈ ਕਰਦੇ ਹਾਂ, ਆ ਜਾਊਗਾ 35। ਦੈਨ ਹੈ 32.5 ਨੂੰ 3 ਨਾਲ ਮਲਟੀਪਲਾਈ। ਸੋ 32.5 ਨੂੰ ਆਪਾਂ 3 ਨਾਲ ਮਲਟੀਪਲਾਈ ਕਰਕੇ ਚੈੱਕ ਕਰ ਲੈਂਦੇ ਹਾਂ, ਇਹ ਆ ਜਾਊਗਾ 15। 3 2 ज़ा 6, 6 plus 1 हो गया 7, then 3 3 ज़ा 9। सो आ गया 97.5। तो मैं इत्थे लिख लेता 97.5। देन है 47.5 ਨੂੰ 7 ਨਾਲ ਮਲਟੀਪਲਾਈ ਕਰਨਾ ਆਪਾਂ। सो 47.5 ਨੂੰ ਆਪਾਂ 7 ਨਾਲ ਮਲਟੀਪਲਾਈ ਕਰਦੇ ਆ, ਇਹ ਆ ਜਾਊਗਾ 35। then 49, 50, 51, 52। then ਆ ਗਿਆ 7 4 ज़ा 28, 29 30 31 32 33। सो आ गया 332.5। नेक्स्ट है 62.5 ਨੂੰ ਆਪਾਂ 6 ਨਾਲ ਮਲਟੀਪਲਾਈ ਕਰਨਾ ਹੈ। 62.5 ਨੂੰ ਆਪਾਂ 6 ਨਾਲ। ਸੋ 6 5 ज़ा 30। देन आ गया 18 19 20 21। देन 36 ਨਾਲ ਆ ਗਿਆ 380। सो आ गया ਇਹਨੂੰ ਐਡ ਕਰਕੇ 381.0। देन है 77.5 ਨੂੰ ਆਪਾਂ 6 ਨਾਲ ਮਲਟੀਪਲਾਈ ਕਰਨਾ ਹੈ। So 77.5 ਨੂੰ 6 ਨਾਲ। 6 5 ज़ा 30, 7 6 ज़ा 42, then आ गया 45, then again 42 ਤੇ ਨਾਲ ਆ ਗਿਆ 46। so ਇਹਨੂੰ ਐਡ ਕਰਕੇ ਆ ਗਿਆ ਮਲਟੀਪਲਾਈ ਕਰਕੇ 46.5, 465.0। then 92.5 ਨੂੰ ਆਪਾਂ 6 ਨਾਲ ਮਲਟੀਪਲਾਈ ਕਰਨਾ ਹੈ, ਇਹ ਆ ਗਿਆ 6 6 30, then 12 15, ਅੱਗੇ ਆ ਗਿਆ 54 और 55। सो ਇਹਨੂੰ ਐਡ ਕਰਕੇ ਆ ਗਿਆ 555.0। तो ਆਪਾਂ ਕੀ ਕੀਤਾ, ਸਾਰੀਆਂ ਟਰਮਸ ਨੂੰ ਐਡ ਕਰ ਲਿੱਤਾ ਹੈ ਤੇ ਸਾਡੇ ਕੋਲ ਕੁਝ ਇਸ ਤਰੀਕੇ ਦਾ ਰਿਜ਼ਲਟ ਆ ਰਿਹਾ ਹੈ ਕਿ ਜਦੋਂ ਮੈਂ 2 ਨੂੰ 17.5 ਨਾਲ ਮਲਟੀਪਲਾਈ ਕਰਦਾ ਉਹ ਲਿਖ ਲਿੱਤਾ। ਇਦਾਂ ਹੀ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ then 7 ਨੂੰ 47.5 ਨਾਲ ਮਲਟੀਪਲਾਈ ਕਰਕੇ 6 ਨੂੰ 62.5 ਨਾਲ ਮਲਟੀਪਲਾਈ ਕਰਕੇ 6 ਨੂੰ 77.5 ਨਾਲ ਮਲਟੀਪਲਾਈ ਕਰਕੇ then 6 ਨੂੰ 92.5 ਨਾਲ ਮਲਟੀਪਲਾਈ ਕਰਕੇ ਆਪਾਂ ਲਿਖ ਲਿੱਤਾ। ਹੁਣ ਨੈਕਸਟ ਕੰਮ ਕੀ ਹੋਏਗਾ, ਸਮੀਸ਼ਨ xi fi ਕੱਢਣਾ। ਸੋ ਜਦੋਂ ਆਪਾਂ ਇਹਦਾ ਸਮ ਕੱਢਾਂਗੇ, ਤੁਸੀਂ ਜਦੋਂ ਐਡ ਕਰੋਗੇ ਤੁਸੀਂ ਦੇਖੋਗੇ ਇਹਨੂੰ ਐਡ ਕਰਕੇ ਆਏਗਾ 1860। ਤੁਸੀਂ ਐਡ ਕਰਕੇ ਚੈੱਕ ਕਰ ਲੈਣਾ, ਇਹਨੂੰ ਸਭ ਨੂੰ ਐਡ ਕਰਕੇ ਆਨਸਰ ਕਿੰਨਾ ਆਏਗਾ 1860। ਐਦਾਂ ਹੀ ਸਮੀਸ਼ਨ fi ਨੂੰ ਵੀ ਐਡ ਕਰਦੇ ਆ, ਇਹਨਾਂ ਨੂੰ ਐਡ ਕਰਕੇ ਆ ਜਾਊਗਾ 30, ਕਿਉਂਕਿ ਆਪਾਂ ਨੂੰ ਪਤਾ ਹੈ 2 + 3 5, 5 प्लस किन्ने हो गए 18, 18 + 7 किन्ने आ जाएगा 30। सो ਇਹਨਾਂ ਸਭ ਨੂੰ ਐਡ ਕਰਕੇ ਆ ਗਿਆ 30 और xi fi ਨੂੰ ਐਡ ਕਰਕੇ ਕੀ ਆ ਗਿਆ 1860। ਹੁਣ ਆਪਣਾ ਕੰਮ ਕੀ ਹੈ, ਮੀਨ ਕੱਢਣਾ। ਸੋ ਮੀਨ ਲਈ ਆਪਾਂ ਨੂੰ ਫਾਰਮੂਲਾ ਪਤਾ ਹੈ ਡਾਇਰੈਕਟ ਮੈਥਡ ਦੇ ਨਾਲ। ਉਹ ਕੀ ਹੈ ਫਾਰਮੂਲਾ, ਸਮੀਸ਼ਨ xi fi mean is equal to summation xi fi
divided by summation fi। सो 1860 ਨੂੰ ਕਿੰਦੇ ਨਾਲ ਡਿਵਾਈਡ ਕਰਨਾ ਹੈ ਆਪਾਂ 30 ਦੇ ਨਾਲ। ਸੋ 0 ਨਾਲ 0 क्या ਸਾਨੂੰ ਪਤਾ ਹੈ 6 ਆ 18 then 2 ਸਾਡੇ ਕੋਲ ਮੀਨ ਕਿੰਨਾ ਆ ਗਿਆ 62। ਸੋ ਇਸ ਪੂਰੇ ਡਾਟਾ ਲਈ ਸਾਡੇ ਕੋਲ ਮੀਨ ਮਾਰਕਸ ਕਿੰਨੇ ਆ ਰਹੇ ਨੇ 62। ਸੋ ਜਿਹੜਾ ਆਪਾਂ ਮੈਥਡ ਯੂਜ਼ ਕੀਤਾ ਇਹਨੂੰ ਆਪਾਂ ਬੋਲਦੇ ਹਾਂ ਡਾਇਰੈਕਟ ਮੈਥਡ, ਜੋ ਕਿ ਆਪਾਂ ਪਿਛਲੀ ਕਲਾਸ ਵਿੱਚ ਡਿਸਕਸ ਕੀਤਾ ਸੀਗਾ ਤੇ ਤੁਸੀਂ ਇਹਦੇ ਬੇਸ ਤੇ ਕੁਝ ਕੁਐਸਚਨ ਵੀ ਟਰਾਈ ਕੀਤੇ ਸੀਗੇ। ਸੋ ਸਾਡੇ ਕੋਲ ਡਾਇਰੈਕਟ ਮੈਥਡ ਨਾਲ ਮੀਨ ਕਿੰਨਾ ਆ ਰਿਹਾ ਹੈ 62। ਸੋ ਇਹ ਤਰੀਕਾ ਸੀਗਾ ਆਪਣਾ ਡਾਇਰੈਕਟ ਮੀਨ ਮੈਥਡ। ਹੁਣ ਆਪਾਂ ਚਾਹੁੰਦੇ ਹਾਂ ਸਾਡੀ ਕੈਲਕੂਲੇਸ਼ਨ ਤੁਸੀਂ ਦੇਖਿਆ ਹੋਣਾ ਬਹੁਤ ਵੱਡੀ ਸੀਗੀ, ਫਿਰ ਉਹਨਾਂ ਨੂੰ ਐਡ ਕਰਨਾ ਉਹ ਵੀ ਥੋੜਾ ਜਿਹਾ ਮੁਸ਼ਕਿਲ ਹੈ। ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਇਹਦੀ ਕੈਲਕੂਲੇਸ਼ਨ ਨੂੰ ਈਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਦੇਖੋ ਆਪਣੀ ਜਿਹੜੀ ਮੇਨ ਪ੍ਰੋਬਲਮ ਆ ਰਹੀ ਸੀਗੀ ਉਹ ਆ ਰਹੀ ਸੀਗੀ ਇਹ ਨੰਬਰਸ ਨੂੰ ਮਲਟੀਪਲਾਈ ਕਰਨ ਵਿੱਚ। ਠੀਕ ਹੈ, ਇਹੀ ਪ੍ਰੋਬਲਮ ਆ ਰਹੀ ਸੀਗੀ। ਦੇਖੋ 2 ਨੂੰ 17.5 ਨਾਲ ਮਲਟੀਪਲਾਈ ਕਰਨਾ ਕੋਈ ਵੱਡੀ ਗੱਲ ਨਹੀਂ ਹੈ, 32.5 ਨੂੰ ਵੀ 3 ਨਾਲ ਮਲਟੀਪਲਾਈ ਕਰੀਏ ਕੋਈ ਵੱਡੀ ਗੱਲ ਨਹੀਂ ਹੈ। ਇੱਦਾਂ ਮਲਟੀਪਲਾਈ ਕਰਨਾ ਥੋੜਾ ਜਿਹਾ ਡਿਫਿਕਲਟ ਹੋ ਰਿਹਾ ਕਿ ਜਦੋਂ ਨੰਬਰਸ ਵੱਧ ਜਾਂਦੇ ਨੇ। 47.5 ਨੂੰ 7 ਨਾਲ ਮਲਟੀਪਲਾਈ ਕਰਨਾ ਥੋੜਾ ਡਿਫਿਕਲਟ ਹੋ ਜਾਊਗਾ, 62.5 ਨੂੰ ਵੀ 6 ਨਾਲ ਮਲਟੀਪਲਾਈ ਕਰਨਾ ਥੋੜਾ ਡਿਫਿਕਲਟ ਹੋ ਸਕਦਾ ਹੈ, 77.5 ਨੂੰ ਵੀ 6 ਨਾਲ ਮਲਟੀਪਲਾਈ ਕਰਨਾ ਡਿਫਿਕਲਟ ਹੋ ਸਕਦਾ ਸੀਗਾ ਤੇ 92.5 ਨੂੰ ਵੀ 6 ਨਾਲ ਮਲਟੀਪਲਾਈ ਕਰਨਾ ਡਿਫਿਕਲਟ ਹੋ ਸਕਦਾ ਸੀ। ਬਟ ਸਭ ਤੋਂ ਜ਼ਿਆਦਾ ਡਿਫਿਕਲਟੀ ਕਿਸ ਚੀਜ਼ ਵਿੱਚ ਆ ਰਹੀ ਹੈ, ਉਸ ਚੀਜ਼ ਦੀ ਆ ਰਹੀ ਹੈ ਜਿੰਨਾ ਨੰਬਰ ਕੀ ਹੈ ਵੱਡਾ ਹੈ। ਸੋ ਅਸੀਂ ਦੇਖਿਆ 47.5 ਨੂੰ 7 ਨਾਲ ਮਲਟੀਪਲਾਈ ਕਰਨ ਵਿੱਚ ਥੋੜੀ ਡਿਫਿਕਲਟੀ ਆ ਰਹੀ ਸੀ। ਸੋ ਮੇਨ ਆ ਦੋ ਨੰਬਰ ਨੇ ਜਿੰਦੇ ਕਰਕੇ ਸਾਡੀ ਕੈਲਕੂਲੇਸ਼ਨ ਵੱਡੀ ਹੋ ਰਹੀ ਸੀ। ਸੋ ਅਸੀਂ ਕੀ ਕਰਦੇ ਹਾਂ, ਜਿਹੜਾ ਨੰਬਰ ਜਿੰਦੀ ਫ੍ਰੀਕੁਐਂਸੀ ਸਭ ਨਾਲੋਂ ਜ਼ਿਆਦਾ ਹੈ, ਸੋ ਕਿਹੜਾ ਨੰਬਰ 47.5 ਜਿੰਦੀ ਫ੍ਰੀਕੁਐਂਸੀ ਸਭ ਨਾਲੋਂ ਜ਼ਿਆਦਾ ਹੈ ਜੋ ਕਿ ਹੈ 7, ਇਹਦੇ ਕਰਕੇ ਹੀ ਕੈਲਕੂਲੇਸ਼ਨ ਜਿਹੜੀ ਹੈ ਸਾਡੀ ਡਿਫਿਕਲਟ ਹੋ ਰਹੀ ਹੋਣੀ ਹੈ। ਤਾਂ ਅਸੀਂ ਕੀ ਕਰਦੇ ਹਾਂ 47.5 ਨੂੰ ਹਟਾ ਦਿੰਦੇ ਹਾਂ। ਜਦੋਂ ਹਟਾਵਾਂਗੇ ਫਿਰ ਜਦੋਂ ਆਪਾਂ ਮੀਨ ਕੱਢ ਲਾਂਗੇ ਫਿਰ ਉਹਦੇ ਫਿਰ 47.5 ਕੀ ਕਰਾਂਗੇ ਐਡ। ਹੁਣ ਦੇਖਦੇ ਹਾਂ ਕਿਸ ਤਰੀਕੇ ਨਾਲ ਕਰੂੰਗੇ। तो इस टेबल ਨੂੰ ਆਪਾਂ ਥੋੜਾ ਜਿਹਾ ਹੋਰ ਤਰੀਕਾ ਸ਼ਾਰਟ ਕਰਨਾ ਚਾਹੁੰਦੇ ਆ। ਸੋ ਮੈਂ ਕਾਲਮ ਨੂੰ ਹਟਾਉਣ ਲੱਗਾ ਵਾ ਕਿਉਂਕਿ ਆਪਾਂ ਇੱਕ ਨਵਾਂ ਮੈਥਡ ਕਰਨ ਜਾ ਰਹੇ ਆ ਜਿੰਦੇ ਵਿੱਚ ਆਪਾਂ ਚਾਹੁੰਦੇ ਆ ਕੈਲਕੂਲੇਸ਼ਨ ਕੀ ਰਵੇ ਈਜ਼ੀ ਰਵੇ। ਤੇ ਜਿਹੜੀ ਸਾਡੀ ਪ੍ਰੋਬਲਮ ਆ ਰਹੀ ਸੀਗੀ ਉਹ ਆ ਰਹੀ ਸੀਗੀ ਨੰਬਰਸ ਨੂੰ ਮਲਟੀਪਲਾਈ ਕਰਨ ਵਿੱਚ। ਸੋ ਜਿੰਦੀ ਫ੍ਰੀਕੁਐਂਸੀ ਸਭ ਨਾਲੋਂ ਜ਼ਿਆਦਾ ਹੈ ਉਹ ਨੰਬਰ ਹੀ ਆਪਾਂ ਹਟਾ ਦਿੰਦੇ ਆ। ਸੋ ਮੈਂ ਕੀ ਕਰਦਾ ਵਾ 47.5 ਨੰਬਰ ਹਟਾ ਹੀ ਦੇਣਾ। ਹੁਣ ਹਟਾਉਣ ਦਾ ਮਤਲਬ ਕੀ ਹੈ, ਇਹਨਾਂ ਸਭ ਵਿੱਚੋਂ 47.5 ਆਪਾਂ ਮਾਈਨਸ ਕਰਦੇ ਆ ਔਰ ਜਿਹੜਾ ਇਹ ਨੰਬਰ ਹੁੰਦਾ ਉਹਨੂੰ ਬੋਲਦੇ ਹੋ DI, ਜਿਹਨੂੰ ਬੋਲਦੇ ਹੋ XI ਮਾਈਨਸ A। ਹੁਣ ਇੱਥੇ A ਕੀ ਰਿਪਰੈਜ਼ੈਂਟ ਕਰ ਰਿਹਾ ਉਹ ਨੰਬਰ ਜਿਹਨੂੰ ਤੁਸੀਂ ਸਬਟ੍ਰੈਕਟ ਕਰ ਰਹੇ ਹੋ। ਸੋ 47.5 ਨੂੰ ਅਸੀਂ ਕੀ ਕਰ ਰਹੇ ਹਾਂ ਸਭ ਵਿੱਚੋਂ ਸਬਟ੍ਰੈਕਟ। ਹੁਣ ਦੇਖੋ 17.5 ਦੇ ਵਿੱਚੋਂ 47.5 ਜਦ ਆਪਾਂ ਸਬਟ੍ਰੈਕਟ ਕਰਕੇ ਦੇਖੀਏ obviously नेगेटिव आंसर आऊगा क्योंकि यह नंबर छोटा है तो यह नंबर बड़ा है। ਆਪਾਂ ਰਫ ਵਿੱਚ ਮਾਈਨਸ ਕਰਕੇ ਦੇਖ ਲੈਂਦੇ ਆ ਕਿੰਨਾ ਆ ਰਿਹਾ। ਇਹ ਆ ਰਿਹਾ 0, ਦੈਨ ਆ ਰਿਹਾ 0, ਇਹ ਆ ਰਿਹਾ 3। ਸੋ ਦੇਖੋ ਨੰਬਰ ਤਾਂ ਈਜ਼ੀ ਹੋ ਗਿਆ 30 ਨੂੰ ਸੋਲਵ ਕਰਨਾ ਥੋੜਾ ਜਿਹਾ ਈਜ਼ੀ ਹੈਗਾ। ਦੈਨ 32.5 ਵਿੱਚੋਂ ਵੀ ਅਸੀਂ 47.5 ਮਾਈਨਸ ਕਰਦੇ ਆ। ਇੱਥੇ -30 ਆਏਗਾ ਕਿਉਂਕਿ ਨੈਗੇਟਿਵ ਹੈ। ਦੈਨ 32.5 ਉਹਦੇ ਵਿੱਚੋਂ ਵੀ ਅਸੀਂ ਕੀ ਮਾਈਨਸ ਕਰਨਾ ਚਾਹੁੰਦੇ ਆ 47.5। ਸਾਰੇ ਵਿੱਚੋਂ ਅਸੀਂ 47.5 ਹੀ ਹਟਾ ਰਹੇ ਹਾਂ 51। ਇਹ ਆ ਗਿਆ -15 ਨੈਗੇਟਿਵ ਇਸ ਕਰਕੇ ਆਇਆ ਕਿਉਂਕਿ ਸਾਡਾ XI ਹੈ 32.5 ਔਰ ਜਿਹੜਾ ਆਪਾਂ ਨੰਬਰ ਸਬਟ੍ਰੈਕਟ ਕਰ ਰਹੇ ਹਾਂ ਉਹ ਹੈ 47.5। ਸੋ ਨੰਬਰ ਵੱਡਾ ਹੈ ਇਸ ਕਰਕੇ ਨੈਗੇਟਿਵ ਆਂਸਰ ਆਏਗਾ। ਦੈਨ 47.5 ਵਿੱਚੋਂ 47.5 ਤਾਂ 0 ਹੀ ਹੋ ਜਾਏਗਾ। ਸੋ ਦੇਖੋ ਆਪਾਂ ਜਿੰਦੇ ਕਰਕੇ ਸਾਨੂੰ ਲੱਗ ਰਿਹਾ ਸੀ ਕੈਲਕੂਲੇਸ਼ਨ ਵੱਡੀ ਹੋ ਰਹੀ ਹੈ ਉਹ ਨੰਬਰ ਹੀ ਖਤਮ ਹੋ ਗਿਆ। ਹੁਣ 62.5 ਦੇ ਵਿੱਚੋਂ ਵੀ ਅਸੀਂ 47.5 ਮਾਈਨਸ ਕਰ ਲੈਂਦੇ ਆ। ਇਹ ਆ ਜਾਊਗਾ 0, ਇਹ ਆ ਗਿਆ 5, ਦੈਨ ਆ ਗਿਆ 25। ਸੋ ਆਏਗਾ +25 ਕਿਉਂਕਿ ਆਪਾਂ 62.5 ਵਿੱਚੋਂ 47.5 ਮਾਈਨਸ ਕਰ ਰਹੇ ਹਾਂ। ਇਹ ਨੰਬਰ ਵੱਡਾ ਹੈ ਇਹ ਨੰਬਰ ਛੋਟਾ ਹੈ ਸੋ ਪੋਜ਼ਿਟਿਵ ਆਂਸਰ ਆਏਗਾ। ਦੈਨ 77.5 ਵਿੱਚੋਂ ਵੀ ਅਸੀਂ ਮਾਈਨਸ ਕਰ ਲੈਂਦੇ ਆ 47.5 ਨੂੰ। ਸੋ ਇਹ ਆਏਗਾ 0, 3 ਸੋ ਆਏਗਾ 30 ਪੋਜ਼ਿਟਿਵ 30 ਆਏਗਾ। ਰੀਜ਼ਨ ਤੁਹਾਨੂੰ ਪਤਾ ਲੱਗ ਗਿਆ। ਦੈਨ 92.5 ਵਿੱਚੋਂ ਵੀ ਅਸੀਂ 47.5 ਮਾਈਨਸ ਕਰ ਲੈਂਦੇ ਆ। ਇਹ ਆ ਗਿਆ 0, ਇੱਥੇ ਆ ਜਾਊਗਾ 8, ਇਹ ਆ ਜਾਊਗਾ 12, ਇਹ ਆ ਗਿਆ 4। 12 ਵਿੱਚੋਂ 7 ਗਏ ਅਸੀਂ ਮਾਈਨਸ ਕਰਕੇ ਦੇਖ ਲੈਂਦੇ ਆ। ਇਹ ਆ ਜੂਗੇ 5।
तो ये आ गया 45। सो देखो हुण ਜਿਹੜੇ ਆਪਣੇ ਕੋਲ ਨੰਬਰਸ ਨੇ ਇੱਕ ਤਾਂ ਡੈਸੀਮਲਸ ਹਟ ਗਈਆਂ। ਹੁਣ ਆਪਾਂ ਜਿਹੜੇ ਆਬਜ਼ਰਵੇਸ਼ਨ ਲੈਣੀਆਂ ਸੀ ਹੁਣ ਆਪਾਂ ਇਹਨਾਂ ਨੂੰ ਨਹੀਂ ਕੰਸੀਡਰ ਕਰਾਂਗੇ। ਹੁਣ ਆਪਣੇ ਲਈ ਇਹ ਖਤਮ ਹੀ ਹੋ ਗਿਆ ਕਿਉਂਕਿ ਜਦੋਂ ਆਪਾਂ ਡਾਇਰੈਕਟ ਮੈਥਡ ਲਗਾ ਕੇ ਦੇਖਿਆ ਅਸੀਂ ਇਹਨਾਂ ਨੂੰ ਹੀ ਮਲਟੀਪਲਾਈ ਕਰ ਰਹੇ ਸੀਗੇ ਔਰ ਇਹਨਾਂ ਕਰਕੇ ਕੈਲਕੂਲੇਸ਼ਨ ਹੋ ਰਹੀ ਸੀ ਵੱਡੀ। ਪਹਿਲੀ ਗੱਲ ਤਾਂ ਡੈਸੀਮਲ ਨੰਬਰ ਨੇ, ਦੂਜੀ ਗੱਲ ਨੰਬਰ ਬਹੁਤ ਵੱਡੇ ਨੇ। ਸੋ ਅਸੀਂ ਚਾਹੁੰਦੇ ਹਾਂ ਕੈਲਕੂਲੇਸ਼ਨ ਕੀ ਰਵੇ ਸਿੰਪਲੀਫਾਈ ਹੋ ਜਾਏ। तो मैं एक कॉलम ਨੂੰ ਹਟਾ ਕੇ ਇੱਕ ਨਵਾਂ ਕਾਲਮ ਇੰਟਰੋਡਿਊਸ ਕਰ ਦਿੱਤਾ ਜੋ ਕਿ ਹੈ ਜਿੰਦੇ ਕਰਕੇ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਉਹ ਨੰਬਰ ਨੂੰ ਮਾਈਨਸ ਕਰਕੇ। ਸੋ ਹੁਣ ਇਹਦਾ ਮਤਲਬ ਜਦੋਂ ਆਪਾਂ ਮੀਨ ਕੱਢਾਂਗੇ ਮੇਰੇ ਲਈ ਹੁਣ ਆ ਆਬਜ਼ਰਵੇਸ਼ਨਸ ਨਹੀਂ ਹੈਗੀਆਂ, ਮੇਰੇ ਲਈ ਹੁਣ ਆ ਆਬਜ਼ਰਵੇਸ਼ਨਸ ਨੇ। ਮਤਲਬ -30 ਕਿੰਨੀ ਵਾਰੀ 2 ਵਾਰੀ, -15 ਕਿੰਨੀ ਵਾਰੀ 3 ਵਾਰੀ, 0 ਕਿੰਨੀ ਵਾਰੀ 7 ਵਾਰੀ, 25 ਕਿੰਨੀ ਵਾਰੀ 6 ਵਾਰ, ਦੈਨ 30 ਕਿੰਨੀ ਵਾਰੀ ਹੈ 6 टाइम्स ਤੇ 45 ਕਿੰਨੀ ਵਾਰੀ ਹੈ 6 टाइम्स। ਹੁਣ ਇਹ ਆਬਜ਼ਰਵੇਸ਼ਨ ਨੂੰ ਅਸੀਂ ਇਦਾਂ ਅਸਿਊਮ ਕਰ ਰਹੇ ਹਾਂ ਕਿ ਐਗਜ਼ਿਸਟ ਹੀ ਨਹੀਂ ਕਰ ਰਹੀ। ਜੇ ਹੁਣ ਇਹ ਆਬਜ਼ਰਵੇਸ਼ਨ ਐਗਜ਼ਿਸਟ ਨਹੀਂ ਕਰ ਰਹੀ ਸਿਰਫ ਆ ਦੋ ਨੰਬਰਸ ਨੇ ਇਹਦੇ ਲਈ ਮੀਨ ਕੱਢਣ ਲਈ ਕੀ ਕਰਾਂਗੇ ਆਪਾਂ ਨੂੰ ਕੀ ਕਰਨਾ ਪਏਗਾ -30 ਨੂੰ 2 ਵਾਰੀ ਐਡ ਕਰਨਾ ਪਏਗਾ। ਤਾਂ ਕਿਉਂ ਨਾ ਪਹਿਲਾਂ ਮੈਂ -30 ਨੂੰ 2 ਨਾਲ ਮਲਟੀਪਲਾਈ ਕਰ ਲਾਂ। ਦੈਨ -15 ਨੂੰ ਕਿੰਨੀ ਵਾਰੀ ਐਡ ਕਰਨਾ ਪਏਗਾ 3 ਵਾਰ। तो क्यों ना मैं 3 ਨੂੰ -15 ਨਾਲ ਮਲਟੀਪਲਾਈ ਕਰ ਲਾਂ। ਸੇਮ ਤਰੀਕੇ ਨਾਲ 25 ਨੂੰ 6 ਨਾਲ ਮਲਟੀਪਲਾਈ, 30 ਨੂੰ 6 ਨਾਲ ਐਂਡ 45 ਨੂੰ 6 ਨਾਲ ਤੇ 0 ਨੂੰ ਕਿੰਦੇ ਨਾਲ 7 ਨਾਲ। ਸੋ ਜਿਹੜਾ ਆਪਣਾ ਨੈਕਸਟ ਕਾਲਮ ਬਣੇਗਾ ਮੀਨ ਕੱਢਣ ਵਾਸਤੇ ਉਹ ਕੀ ਹੋਏਗਾ ਹੁਣ FI DI। ਪਹਿਲਾਂ ਆਪਾਂ ਲਿਖ ਰਹੇ ਸੀ FI XI, ਹੁਣ XI ਹੈ ਹੀ ਨਹੀਂ, ਹੁਣ ਆਪਣੇ ਕੋਲ ਕੀ ਨੇ DIs ਨੇ। ਸੋ ਆਪਾਂ ਜਿਹੜਾ ਨੈਕਸਟ ਕਾਲਮ ਬਣਾਵਾਂਗੇ ਉਹ ਬਣਾਵਾਂਗੇ FI DI ਦਾ। सो FI ਆਪਾਂ ਲਿਖਦੇ ਆ ਮਤਲਬ ਮਲਟੀਪਲਾਈ ਕਰ ਕਰਕੇ ਇਹਨਾਂ ਨੰਬਰਸ ਨੂੰ। ਸੋ FI DI। ਸੋ -30 ਨੂੰ ਕਿੰਨੀ ਵਾਰੀ ਮਲਟੀਪਲਾਈ ਕਰਨਾ ਹੈ 2 ਵਾਰੀ, ਤਾਂ ਇੱਥੇ ਆ ਜਾਊਗਾ -60। ਦੈਨ -15 ਨੂੰ ਕਿੰਨੀ ਵਾਰੀ ਆਪਾਂ ਮਲਟੀਪਲਾਈ ਕਰਨਾ ਹੈ 3 ਨਾਲ, ਤਾਂ ਆ ਜਾਊਗਾ -45। ਇਹ ਆ ਗਿਆ 0। ਦੈਨ 25 ਨੂੰ ਆਪਾਂ ਮਲਟੀਪਲਾਈ ਕਰਨਾ ਹੈ 6 ਟਾਈम्स, ਬਟ ਪਹਿਲਾਂ ਆਪਾਂ ਇਹਨਾਂ ਨੂੰ ਮਲਟੀਪਲਾਈ ਕਰ ਲੈਣਾ। ਇਹ ਆ ਜਾਊਗਾ 180। ਸੋ ਜਿਹੜੀ ਕੈਲਕੂਲੇਸ਼ਨ ਈਜ਼ੀ ਹੈ ਪਹਿਲਾਂ ਉਹਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਆਪਾਂ ਕਰ ਲੈਂਦੇ ਆ 25 ਨੂੰ 6 ਨਾਲ ਮਲਟੀਪਲਾਈ। ਇਹ ਆ ਗਿਆ 30, 18, ਦੈਨ 19, 20, 21। ਸੋ ਇਹ ਆ ਗਿਆ 210। ਦੈਨ 45 ਨੂੰ ਕਿੰਨੇ ਨਾਲ ਮਲਟੀਪਲਾਈ ਕਰਨਾ ਹੈ 6 ਨਾਲ। ਸੋ 45 ਨੂੰ 6 ਨਾਲ ਮਲਟੀਪਲਾਈ ਕਰ ਲੈਂਦੇ ਆ। 30 ਆ ਗਿਆ 24, 270। ਸੋ ਇਹ ਆ ਗਿਆ 270। ਸੋ ਆਪਣੇ ਕੋਲ ਜਿਹੜਾ ਨੈਕਸਟ ਕਾਲਮ ਬਣਿਆ ਹੈ ਉਹ ਬਣ ਗਿਆ ਹੈ FI DI ਦਾ। ਹੁਣ ਦੇਖੋ ਕੋਈ ਕੈਲਕੂਲੇਸ਼ਨ ਵੀ ਮੁਸ਼ਕਿਲ ਨਹੀਂ ਰਹੀ, ਕਿੰਨੀ ਕੁਇਕ ਕੈਲਕੂਲੇਸ਼ਨ ਹੋਈ ਹੈ, ਪਲੱਸ ਡੈਸੀਮਲ ਵੀ ਨਹੀਂ ਹੈਗੇ। तो देखो ਆਪਾਂ ਕੀ ਕੀਤਾ 2 ਨੂੰ -30 ਨਾਲ ਮਲਟੀਪਲਾਈ ਕੀਤਾ -60 ਆ ਗਿਆ। 3 ਨੂੰ 15 ਨਾਲ ਮਲਟੀਪਲਾਈ ਕੀਤਾ -45 ਕਿਉਂਕਿ ਨੈਗੇਟਿਵ ਨੰਬਰ ਸੀਗਾ। 7 ਨੂੰ 0 ਨਾਲ ਕੀਤਾ 0, ਜਿਹੜਾ ਨੰਬਰ ਜ਼ਿਆਦਾ ਪ੍ਰੋਬਲਮ ਕਰ ਰਿਹਾ ਸੀ ਉਹ ਦੇਖੋ ਆ ਹੀ ਨਹੀਂ ਰਿਹਾ। ਦੈਨ 6 ਨੂੰ ਮਲਟੀਪਲਾਈ ਕੀਤਾ ਆਪਾਂ 25 ਨਾਲ 210 ਆ ਗਿਆ। ਦੈਨ 6 ਨੂੰ 30 ਨਾਲ ਮਲਟੀਪਲਾਈ ਕੀਤਾ 180 ਆ ਗਿਆ। 6 ਨੂੰ 45 ਨਾਲ ਮਲਟੀਪਲਾਈ ਕੀਤਾ 270 ਆ ਗਿਆ। ਹੁਣ ਸਾਡਾ ਕੰਮ ਕੀ ਹੈ ਮੀਨ ਕੱਢਣਾ ਇਹਨਾਂ ਵਾਸਤੇ। ਤਾਂ ਉਹਦੇ ਲਈ ਮੈਨੂੰ ਪਤਾ ਹੈ ਕਿ ਪਹਿਲਾਂ ਤਾਂ ਇਹਨਾਂ ਦੀ ਐਡੀਸ਼ਨ ਚਾਹੀਦੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕਰ ਲੈਂਦੇ ਹਾਂ FI DI। ਸੋ FI DI ਆਪਾਂ ਕੱਢਣ ਲਈ ਆ ਦੇਖੋ -60 -45 ਇਹ ਆ ਗਿਆ 105 ਬਟ ਨੈਗੇਟਿਵ ਵਿੱਚ। ਦੈਨ ਆਪਾਂ ਕੀ ਕਰਦੇ ਹਾਂ 210 180 ਤੇ 270 ਨੂੰ ਪਹਿਲਾਂ ਐਡ ਕਰ ਲੈਂਦੇ ਹਾਂ। ਇਹ ਆ ਜਾਊਗਾ 0 8 + 8 16 ਦੈਨ ਆ ਗਿਆ 3 3 + 1 4 4 + 2 6। ਸੋ ਇਹ ਆ ਗਿਆ 660। ਉਹਦੇ ਚੋਂ 105 ਮਾਈਨਸ ਕਰ ਲੈਂਦੇ ਆ। ਇਹ ਆ ਜਾਏਗਾ ਮਾਈਨਸ ਕਰਕੇ 5 5 5। ਸੋ 555 ਆ ਗਿਆ। ਇਹਨੂੰ ਐਡ ਕਰਕੇ ਇਹ ਆ ਗਿਆ ਸਮੀਸ਼ਨ FI DI ਜੋ ਕਿੰਨਾ ਆ ਰਿਹਾ ਹੈ 555। ਦੇਖੋ ਥੋੜਾ ਜਿਹਾ ਕੁਇਕ ਹੋ ਗਿਆ ਪਹਿਲੇ ਨਾਲੋਂ ਕਿ ਆਪਾਂ ਬਹੁਤ ਈਜ਼ੀਲੀ ਕਰ ਰਹੇ ਹਾਂ ਕੰਮ। ਸੋ 62.5 ਨੂੰ 47.5 ਨਾਲ ਅਸੀਂ ਮਾਈਨਸ ਕਰਕੇ ਦੇਖ ਲੈਂਦੇ ਹਾਂ। 62.5 47.5 ਵਿੱਚੋਂ ਇਹ ਆ ਜਾਏਗਾ 0। ਦੈਨ ਇੱਥੋਂ 6 ਇੱਥੇ ਆ ਜਾਊਗਾ 12 ਇੱਥੇ ਆ ਜਾਊਗਾ 5 1 12 ਵਿੱਚੋਂ 7 ਗਏ ਆ ਗਿਆ 15। ਸੋ ਇੱਥੇ ਆ ਗਿਆ 15। 77.5 ਨੂੰ 47.5 ਵਿੱਚੋਂ ਮਾਈਨਸ ਕਰੋਗੇ ਆ ਜਾਊਗਾ 30।
ਦੈਨ 92.5 ਦੇ ਵਿੱਚੋਂ ਵੀ ਅਸੀਂ ਮਾਈਨਸ ਕਰਨਾ ਹੈ 47.5। ਸੋ ਮਾਈਨਸ ਕਰਕੇ ਦੇਖ ਲੈਂਦੇ ਆ, ਇਹ ਆ ਜਾਏਗਾ 0, ਦੈਨ ਇਹ ਆ ਜਾਊਗਾ 8 12 5 4, तो आ गया 45। सो देखो पहली गल तो डेसिमल हट गए ने। हुण अपने कोल हुण xi नहीं हैगे, हुण आपां की समझांगे कि अपने कोल जिहड़ियां नवीं ऑब्जरवेशनस ने वो ए ने, क्योंकि असीं की कीता इन्हां विचों कुछ नंबर सबट्रैक्ट कीता है। सो हुण साडे लई ਇਹ ऑब्जरवेशन ਦਾ काम नहीं कर रहे, हुण साडे लई ऑब्जरवेशन ਦਾ काम कौन कर रहे ने? ए। इट मीनस -30 कितनी बारी? 2 बार, -15 3 बार, 0 7 टाइम्स, 15 6 टाइम्स, then 30 6 टाइम एंड 45 कितनी बारी? 6 टाइम्स आ रहा है। सो हुण आपां जे मीन कढना है तो उहदे लई की करांगे सम ऑफ ऑब्जरवेशन, मतलब -30 ਨੂੰ कितनी बारी ऐड करांगे? 2 बार, -15 ਨੂੰ कितनी बारी? 3 बार, then 0 ਨੂੰ कितनी बारी ऐड करांगे? 7 टाइम्स, 15 ਨੂੰ ऐड करांगे 6 टाइम्स, 30 ਨੂੰ ऐड करांगे 6 टाइम, 45 ਨੂੰ करांगे 6 टाइम। तो इस तो चंगा की है पहला आपां इन्हां नूं मल्टीप्लाई कर लीए। सो जिहड़ा आपां नवा कॉलम बना रहे हैं वो बना रहे हैं हुण FI DI। हुण FI DI ही क्यों लिख रहे हैं? क्योंकि इन्हां ऑब्जरवेशन का नाम दिता है DI और यह किने साडे FIs। सो इन्हां नूं मल्टीप्लाई करके आपां इत्थे लिख लैंदे आ, ये आ जाऊगा -60, देन इन्हां नूं मल्टीप्लाई कीता आ गया -45, ये आ गया 0, देन 15 नूं आपां 6 नाल मल्टीप्लाई कीता तो 15 6 दा हुंदा है 80, then 30 ਨੂੰ ਆਪਾਂ ਮਲਟੀਪਲਾਈ ਕੀਤਾ 60 ਦੇ ਨਾਲ, ਇਹ ਆ ਗਿਆ 180, then ਆਪਾਂ 45 ਨੂੰ ਮਲਟੀਪਲਾਈ ਕਰਦੇ ਹਾਂ 6 ਟਾਈਮਸ, 6 ਨਾਲ ਮਲਟੀਪਲਾਈ, ਇਹ ਆ ਜਾਊਗਾ 30 270। ਸੋ ਆਪਣੇ ਕੋਲ ਨੰਬਰਸ ਆ ਗਏ ਮਲਟੀਪਲਾਈ ਕਰਕੇ, ਜਿਨ੍ਹਾਂ ਨੂੰ ਆਪਾਂ ਕੀ ਕਿਹਾ ਹੈ? ਸਮੀਸ਼ਨ FI DI। ਸੋ ਕਿੱਦਾਂ ਕੱਢਿਆ ਆਪਾਂ? -30 ਨੂੰ 2 ਨਾਲ ਮਲਟੀਪਲਾਈ ਕੀਤਾ -60, then 3 ਨੂੰ ਮਲਟੀਪਲਾਈ ਕਰ ਰਹੇ ਹਾਂ ਆਪਾਂ -15, ਇਹ ਹੁਣ ਅਸਿਊਮ ਕਰੋ ਕਿ ਐਗਜ਼ਿਸਟ ਹੀ ਨਹੀਂ ਕਰ ਰਿਹਾ ਕਾਲਮ। 7 ਨੂੰ ਮਲਟੀਪਲਾਈ ਕੀਤਾ 0 ਨਾਲ 0, then 6 ਨੂੰ ਮਲਟੀਪਲਾਈ ਕੀਤਾ ਆਪਾਂ 15 ਦੇ ਨਾਲ, ਇਹ ਆ ਜਾਊਗਾ 15 × 6 ਆਪਣੇ ਕੋਲ 30 15 × 6 ਇਹ ਆ ਗਿਆ 30, then 6 और 90 आएगा। सो ये आ गया 90, 15 × 6 is 90, then आ गया 6 × 3 that is 180, then 45 × 6 आ गया 270। सो हुण आपां मीन करना है। मीन ਲਈ ਫਾਰਮੂਲਾ ਹੋਏਗਾ ਇਹਨਾਂ ਸਭ ਨੂੰ ਐਡ ਕਰੀਏ और डिवाइड करिए ਇਹਨਾਂ ਦੇ ਨਾਲ। ਹੁਣ ਮੇਰੇ ਕੋਲ FI DI ਨੂੰ ਐਡ ਕਰਨਾ ਹੈ। ਸੋ ਇੱਥੇ ਜਦੋਂ ਐਡ ਕਰਾਂਗੇ ਉਹਨੂੰ ਆਪਾਂ ਲਿਖਾਂਗੇ ਸਮੀਸ਼ਨ FI DI। ਸੋ ਇਹਨਾਂ ਨੂੰ ਐਡ ਕਰਕੇ ਦੇਖਦੇ ਹਾਂ ਕਿ ਕਿੰਨਾ ਬੰਦਾ ਹੈ। सो देखो -60 और -45 ਨੂੰ ਐਡ ਕਰਕੇ ਤਾਂ ਆ ਗਿਆ -105, then 90 180 और 270 ਨੂੰ ਐਡ ਕਰਨਾ ਆਪਾਂ, ਇਹ ਆ ਗਿਆ 0, then 8 + 9 + 8 ਹੋ ਗਿਆ 17, 17 + 7 ਹੋ ਗਿਆ 18 19 20 21 22 23 24 24, then आ गया 2 2 4 4 + 1 5। सो ਇਹਨੂੰ ਐਡ ਕਰਕੇ ਕਿੰਨਾ ਆ ਗਿਆ 540। सो साडे कोल सबमिशन FI DI आ गया 540 और इन्हां सब ਨੂੰ ਐਡ ਕਰਕੇ ਤਾਂ ਸਾਨੂੰ ਦਿੱਤਾ ਹੋਇਆ 30। देखो इन्हां सब ਨੂੰ ਐਡ ਕਰਕੇ ਤਾਂ 540 ਆਇਆ, ਬਟ ਆਪਾਂ ਨੇ 105 ਕੀ ਕਰਨੇ ਸੀਗੇ? ਮਾਈਨਸ ਕਰਨੇ ਸੀਗੇ। ਸੋ ਆਪਾਂ ਉਹ ਤਾਂ ਭੁੱਲ ਹੀ ਗਏ, ਇਹ ਚੀਜ਼ ਨੂੰ ਮਿਸ ਨਹੀਂ ਕਰਨਾ ਕਿਉਂਕਿ ਆਪਣੇ ਕੋਲ 2 ਨੰਬਰ 네ਗੇਟਿਵ ਹੀ ਸੀਗੇ, ਬਾਕੀ ਸਭ ਪੋਜ਼ਿਟਿਵ ਸੀ। ਇਹਨਾਂ ਸਭ ਨੂੰ ਤਾਂ ਐਡ ਕਰਕੇ 540 ਆ ਗਿਆ, बट हले आप वो नंबर सबट्रैक्ट नहीं किए। सो इतने 540 नहीं आएगा, इतने एक्चुअली क्या आएगा? इनका रिजल्ट आएगा जो भी आप इन्हें सॉल्व करांगे। ये आ जाएगा 5 3 4, सो आ गया 435। सो साडे कोल सबमिशन FI DI कितना आ गया 435। हुण आपां लगाने हाँ मीन दा फॉर्मूला। सो मीन दा फॉर्मूला जिहड़ा सीगा वो सीगा सबमिशन सम ऑफ ऑब्जरवेशन डिवाइडेड बाय टोटल नंबर ऑफ ऑब्जरवेशन। ਹੁਣ ਇੱਥੇ ਸਮ ਆਫ ਆਬਜ਼ਰਵੇਸ਼ਨ ਸਾਡੇ ਕੋਲ ਕਿੰਨੀਆਂ ਨੇ 435, ਟੋਟਲ ਆਬਜ਼ਰਵੇਸ਼ਨ ਨੇ 30। ਸੋ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਇਹ ਡਿਵਾਈਡ ਕਰਦੇ ਹਾਂ। ਇੱਥੇ ਆ ਜਾਊਗਾ ਸਮੀਸ਼ਨ FI DI ਡਿਵਾਈਡਡ ਬਾਈ ਸਮੀਸ਼ਨ ਆਫ FI। ਬਟ ਆਪਾਂ ਕੀ ਕੀਤਾ ਹੈ, ਅਸੀਂ ਸਾਰਿਆਂ ਵਿੱਚੋਂ A ਨੰਬਰ ਸਬਟਰੈਕਟ ਕੀਤਾ ਹੈ, ਤਾਂ ਐਂਡ ਵਿੱਚ ਕੀ ਕਰਦੇ ਹਾਂ ਮੀਨ ਲਈ ਆਪਾਂ ਉਹੀ ਨੰਬਰ ਐਡ ਕਰ ਦਿੰਦੇ ਹਾਂ ਤਾਂ ਕਿ ਸਾਡਾ ਸਭ ਕੁਝ ਕੀ ਹੋ ਜਾਏ ਬੈਲੈਂਸ। ਅਸੀਂ ਇਹ A ਨੰਬਰ ਇਸ ਕਰਕੇ ਸਬਟਰੈਕਟ ਕਰ ਰਹੇ ਸੀ ਤਾਂ ਕਿ ਕੈਲਕੂਲੇਸ਼ਨ ਰਵੇ ਈਜ਼ੀ।
ਹੁਣ ਆਪਾਂ ਨੂੰ ਐਕਚੁਅਲੀ ਇਹ ਵੈਸੇ ਤਾਂ ਦੇਖਿਆ ਜਾਏ ਹੁਣ ਆਪਣੇ ਕੋਲ ਆਬਜ਼ਰਵੇਸ਼ਨ ਤਾਂ ਸਟੈਂਡਰਡ ਇਹੀ ਸੀਗੀਆਂ, ਉਹ ਥੋੜੀ ਨਾ ਸੀਗੀਆਂ। ਸੋ ਆਪਾਂ ਕੀ ਕੀਤਾ, ਸਟੈਂਡਰਡ ਤੋਂ ਥੋੜੀ ਇੱਕ ਨਵੇਂ ਤਰੀਕੇ ਤੇ ਗਏ ਸੀਗੇ, ਇੱਕ ਨੰਬਰ ਸਬਟਰੈਕਟ ਕਰਕੇ। ਹੁਣ ਅਸੀਂ ਜਿਹੜਾ ਮੀਨ ਕੱਢਣਾ ਉਹ ਤਾਂ ਵਾਪਸ ਓਰੀਜਨਲ ਨੰਬਰ ਦਾ ਹੀ ਕੱਢਣਾ। ਸੋ ਆਪਾਂ ਕੀ ਕਰਾਂਗੇ, ਪਹਿਲਾਂ ਤਾਂ ਇਹਨਾਂ ਆਬਜ਼ਰਵੇਸ਼ਨ ਨੂੰ ਡਿਵਾਈਡ ਕਰ ਲਾਂਗੇ ਟੋਟਲ ਆਬਜ਼ਰਵੇਸ਼ਨ ਦੇ ਨਾਲ, ਫਿਰ ਜਿਹੜਾ ਨੰਬਰ ਸਭ ਤੋਂ ਸਬਟਰੈਕਟ ਕੀਤਾ ਸੀ ਉਹਨੂੰ ਐਂਡ ਵਿੱਚ ਕੀ ਕਰ ਦਾਂਗੇ, ਐਡ। ਸੋ ਆਪਾਂ ਇੱਥੇ ਕਿਹੜਾ ਨੰਬਰ ਸਬਟਰੈਕਟ ਕੀਤਾ ਹੈ, 47.5। ਸੋ 47.5 ਅਸੀਂ ਐਡ ਕਰਾਂਗੇ ਕਿੰਦੇ ਵਿੱਚ, 435 ਡਿਵਾਈਡਡ ਬਾਈ 30 ਦੇ ਵਿੱਚ। ਸੋ ਆਪਾਂ ਇਹਦੇ ਵਿੱਚ ਜਦੋਂ ਇਹ ਨੰਬਰ ਐਡ ਕਰਾਂਗੇ ਤਾਂ ਸਾਡੇ ਕੋਲ ਆ ਜਾਊਗਾ ਮੀਨ। ਸੋ ਆਪਾਂ ਇਹਨੂੰ ਡਿਵਾਈਡ ਕਰ ਲੈਂਦੇ ਹਾਂ, ਪਹਿਲਾਂ 435 ਨੂੰ ਆਪਾਂ ਡਿਵਾਈਡ ਕਰ ਲੈਂਦੇ ਹਾਂ 30 ਦੇ ਨਾਲ, ਠੀਕ ਹੈ। ਸੋ 31 ਆ 30, ਇਹ ਆ ਗਿਆ 1 3 then 5। ਸੋ 30 ਦੇ ਟੇਬਲ ਵਿੱਚ ਕਿਹੜਾ ਨੰਬਰ 135 ਦੇ ਕੋਲ ਹੋਏਗਾ, 4 ਆ। ਸੋ ਇਹ ਆ ਜਾਊਗਾ 120। ਆਪਾਂ ਨੂੰ ਥੋੜਾ ਜਿਹਾ ਸਹੀ ਤਰੀਕੇ ਨਾਲ ਸੋਲਵ ਕਰ ਲੈਣਾ ਸਾਈਡ ਤੇ, ਕਿਉਂਕਿ ਇੱਥੇ ਜਗ੍ਹਾ ਘੇਰ ਰਿਹਾ, ਮੈਂ ਉਸ ਸਾਈਡ ਤੇ ਕੈਲਕੂਲੇਸ਼ਨ ਕਰ ਰਿਹਾ ਇਸ ਚੀਜ਼ ਦੀ। ਸੋ ਆਪਾਂ ਕਰਨਾ ਕੀ ਚਾਹੁੰਦੇ ਆ, 30 ਨੂੰ ਡਿਵਾਈਡ ਕਰ ਰਹੇ ਹਾਂ ਅਸੀਂ 435 ਦੇ ਨਾਲ। ਸੋ ਅਸੀਂ ਦੇਖਿਆ 31 ਆ 30, ਇਹ ਆ ਗਿਆ 13, then ਆ ਗਿਆ 5, 3 4 ਆ 120, ਇਹ ਆ ਜਾਊਗਾ 15, then decimal 0 5। ਸੋ ਐਡ ਕਰ ਇਹਨੂੰ ਡਿਵਾਈਡ ਕਰਕੇ ਆ ਗਿਆ 14.5। ਸੋ ਇੱਥੇ ਲਿਖ ਲੈਂਦੇ ਆ 14.5 ਔਰ ਹੈ ਐਡ ਕਰਨਾ ਹੈ ਇਹਨੂੰ 47.5 ਦੇ ਵਿੱਚ। ਸੋ 14.5 ਨੂੰ ਐਡ ਕਰ ਲੈਂਦੇ ਹਾਂ ਆਪਾਂ 47.5 ਦੇ ਵਿੱਚ। 5 5 are 10, then ਇਹ ਆ ਗਿਆ 8 plus 4 12, then 62। ਸੋ ਇਹ ਆ ਗਿਆ 62.0 which is 62। ਦੇਖੋ ਆਪਾਂ ਡਾਇਰੈਕਟ ਮੈਥਡ ਨਾਲ ਵੀ ਜਿਹੜਾ ਐਸੀ ਕੁਐਸਚਨ ਦਾ ਮੀਨ ਕੱਢਿਆ ਸੀ 62 ਆਇਆ, ਬਟ ਆਪਾਂ ਨੂੰ ਥੋੜਾ ਜਿਹਾ ਸਿੰਪਲੀਫਾਈ ਕਰਕੇ ਵੀ ਦੇਖਿਆ ਤਾਂ ਵੀ ਮੀਨ ਕਿੰਨਾ ਆ ਰਿਹਾ ਹੈ, 62। ਇਸ ਮੈਥਡ ਨੂੰ ਅਸੀਂ ਬੋਲਦੇ ਹਾਂ assumed mean method। ਸੋ assumed mean method ਤੁਹਾਡਾ ਜਿਹੜਾ ਹੈ ਉਹ ਇਸ ਤਰੀਕੇ ਨਾਲ ਹੈ। ਸੋ ਇਹਦੇ ਵਿੱਚ ਕਰਨਾ ਕਿ ਆਪਾਂ ਕਲਾਸ ਇੰਟਰਵਲ ਸਾਨੂੰ ਦਿੱਤੀ ਹੋਏਗੀ, ਸਭ ਤੋਂ ਪਹਿਲਾ ਕੰਮ ਹੋਏਗਾ ਕਲਾਸ ਮਾਰਕ ਕਰਨਾ। ਦੈਨ ਆਪਾਂ ਕੀ ਕਰਾਂਗੇ, ਜਿਹੜੇ ਨੰਬਰ ਦੀ ਆਪਣੇ ਕੋਲ ਫ੍ਰੀਕੁਐਂਸੀ ਜ਼ਿਆਦਾ ਆ ਰਹੀ ਹੈ, ਜਿਵੇਂ ਕਿ ਇੱਥੇ 47.5 ਜ਼ਿਆਦਾ ਵਾਰੀ ਆ ਰਿਹਾ ਸੀ, ਉਹ ਨੰਬਰ ਸਾਰੀਆਂ ਐਂਟਰੀਜ਼ ਵਿੱਚੋਂ ਸਬਟਰੈਕਟ ਕਰ ਦਾਂਗੇ। ਸੋ ਮੈਂ ਕੀ ਕੀਤਾ, ਨਵਾਂ ਕਾਲਮ ਬਣਾਉਂਗਾ ਜਿਹਨੂੰ ਅਸੀਂ ਲਿਖਾਂਗੇ DI, ਜੋ ਕਿ ਹੋਏਗਾ ਸਾਰੇ XI ਵਿੱਚੋਂ ਉਹ ਨੰਬਰ ਮਾਈਨਸ ਕਰਨਾ ਜਿੰਦੀ ਫ੍ਰੀਕੁਐਂਸੀ ਜ਼ਿਆਦਾ ਵਾਰ ਆ ਰਹੀ ਹੈ। ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਆਪਾਂ ਕੈਲਕੂਲੇਸ਼ਨ ਕੀ ਕਰਨਾ ਚਾਹੁੰਦੇ ਹਾਂ, ਈਜ਼ੀ। ਤੇ ਜਿਹੜਾ ਨੰਬਰ ਜ਼ਿਆਦਾ ਵਾਰੀ ਮਲਟੀਪਲਾਈ ਕਰਾਂਗੇ ਉਸੇ ਨੰਬਰ ਨਾਲ ਹੀ ਕੈਲਕੂਲੇਸ਼ਨ ਥੋੜੀ ਡਿਫਿਕਲਟ ਹੋ ਸਕਦੀ ਹੈ। ਸੋ ਅਸੀਂ ਕੀ ਕੀਤਾ, 47.5 ਦੇਖਿਆ 7 ਵਾਰੀ ਆ ਰਿਹਾ ਸੀ, ਤਾਂ ਇਸ ਕਰਕੇ ਮੈਂ ਇਹਦੇ ਵਿੱਚੋਂ ਔਰ ਇਹਦੇ ਵਿੱਚੋਂ ਸਭ ਵਿੱਚੋਂ 47.5 ਮਾਈਨਸ ਕੀਤਾ ਔਰ ਉਸ ਕਾਲਮ ਨੂੰ ਅਸੀਂ ਬੋਲਦੇ ਹਾਂ DI। ਇੱਕ ਨੋਟੇਸ਼ਨ ਹੈ, ਜਿਵੇਂ ਕਿ XI FI ਨੋਟੇਸ਼ਨ ਸੀ, DI ਉਸ ਨੋਟੇਸ਼ਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਜੋ ਹੈ XI ਮਾਈਨਸ A। ਸੋ ਸਾਰਿਆਂ ਵਿੱਚੋਂ ਅਸੀਂ ਜਦੋਂ 47.5 ਮਾਈਨਸ ਕੀਤਾ ਤਾਂ ਆਹ ਕਾਲਮ ਬਣ ਗਿਆ। ਹੁਣ ਸਾਨੂੰ ਪਤਾ, ਆਪਾਂ ਅਸਿਊਮ ਕੀਤਾ ਕਿ ਆਬਜ਼ਰਵੇਸ਼ਨ ਹੈ ਹੀ ਨਹੀਂ। ਸੋ ਸਾਨੂੰ ਪਤਾ ਲੱਗ ਗਿਆ 2 ਕਿੰਨੀ ਵਾਰੀ, -30 ਵਾਰੀ, 3 ਕਿੰਨੀ ਵਾਰੀ, -15 ਵਾਰੀ। ਸੋ ਇਸ ਕਰਕੇ ਆਪਣਾ ਜਿਹੜਾ ਨੈਕਸਟ ਕਾਲਮ ਬਣੂਗਾ ਉਹ ਕੀ ਹੋਏਗਾ, FI DI ਦਾ, ਜੋ ਕਿ ਆਪਾਂ ਕਾਲਮ ਕੱਢਿਆ। ਮੇਨਲੀ ਫਾਰਮੂਲਾ ਕੀ ਹੁੰਦਾ ਹੈ, ਸਮੀਸ਼ਨ FI DI। ਹੁਣ ਇੱਥੇ FI DI ਕਿਉਂ ਲੈ ਰਹੇ ਹਾਂ, ਕਿਉਂਕਿ ਆਪਾਂ ਮਲਟੀਪਲਾਈ FI DI ਨੂੰ ਕੀਤਾ ਔਰ ਆਬਜ਼ਰਵੇਸ਼ਨ ਸਾਡੇ ਲਈ DI ਦਾ ਕੰਮ ਕਰ ਰਹੀਆਂ ਨੇ। ਸੋ FI DI ਡਿਵਾਈਡਡ ਬਾਈ ਸਮੀਸ਼ਨ FI। ਬਟ ਆਪਾਂ ਐਕਚੁਅਲੀ ਕੀ ਕੀਤਾ ਸੀ, ਜਿਹੜਾ ਨੰਬਰ ਸਬਟਰੈਕਟ ਕੀਤਾ ਸੀ ਐਂਡ ਵਿੱਚ ਉਹ ਕੀ ਕਰਾਂਗੇ, ਐਡ। ਸੋ ਸਾਡੇ ਲਈ ਫਾਰਮੂਲਾ ਬਣ ਗਿਆ ਹੈ ਮੀਨ ਇਜ਼ ਇਕੁਅਲ ਟੂ A ਪਲੱਸ ਸਮੀਸ਼ਨ FI DI ਅਪੋਨ ਸਮੀਸ਼ਨ FI। ਸੋ A ਉਹ ਨੰਬਰ ਹੈ ਜਿਹੜਾ ਕਿ ਅਸੀਂ ਸਬਟਰੈਕਟ ਕੀਤਾ ਸੀਗਾ। ਸੋ ਚਾਹੇ ਤੁਸੀਂ ਡਾਇਰੈਕਟ ਮੈਥਡ ਨਾਲ ਕਰੋ, ਚਾਹੇ ਇਸ ਮੈਥਡ ਨਾਲ ਕਰੋ, ਤੁਹਾਡਾ ਆਨਸਰ ਕੀ ਆ ਰਿਹਾ ਹੈ, ਸੇਮ ਆਏਗਾ। ਬਟ ਆਹ ਮੈਥਡ ਕੀ ਹੈ, ਈਜ਼ੀ ਮੈਥਡ ਹੈ, ਜਿਹਦੇ ਨਾਲ ਤੁਹਾਡੀ ਕੈਲਕੂਲੇਸ਼ਨ ਕੀ ਹੋ ਰਹੀ ਹੈ, ਸਿੰਪਲ। ਔਰ ਇਸ ਮੈਥਡ ਦਾ ਨਾਮ ਹੈ assumed mean method। ਸੋ ਕਈ ਵਾਰੀ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਕਿ ਸੋਲਵ ਕਰੋ ਬਾਈ ਯੂਜ਼ਿੰਗ assumed mean method, ਤਾਂ ਤੁਹਾਨੂੰ ਇਸੇ ਮੈਥਡ ਦੇ ਨਾਲ ਕਰਨਾ ਹੈ ਔਰ ਇਸੇ ਤਰੀਕੇ ਨਾਲ ਕਾਲਮਸ ਬਣਾਉਂਦੇ ਜਾਣਾ ਹੈ। ਕਨਫਿਊਜ਼ਨ ਨਹੀਂ ਰੱਖਣੀ, ਕਾਲਮਸ ਨੂੰ ਸਟੈਪ ਬਾਈ ਸਟੈਪ ਕ੍ਰੀਏਟ ਕਰੋ, ਫਿਰ ਮੀਨ ਕੱਢਣ ਲਈ ਫਾਰਮੂਲਾ ਲਗਾਓ A ਪਲੱਸ ਸਮੀਸ਼ਨ FI DI ਅਪੋਨ ਸਮੀਸ਼ਨ FI, ਤੇ ਤੁਹਾਡਾ ਆਨਸਰ ਕੀ ਆਏਗਾ, ਬਿਲਕੁਲ ਸੇਮ ਆਏਗਾ।
जो कि डायरैक्ट मैथड नाल आएगा, बट डायरैक्ट मैथड ही सानू लग रहा सी कैलकुलेशन डिफिकल्ट हो रही सीगियां, इहदे विच कैलकुलेशन थोड़ी साडी की हो जाणगियां, घट जाणगियां। सो स्टूडेंट अज आपां डिस्कस किया है एज्यूम्ड मीन मैथड। ਆਪਾਂ क्वेश्चन ट्राई किया सीगा एज्यूम्ड मीन मैथड ते डायरैक्ट मैथड नाल, और असीं यह देखिया कि एज्यूम्ड मीन मैथड नाल कैलकुलेशन हो सकती है थोड़ी सिंपल। एज्यूम्ड मीन मैथड लई एक बार स्टैप जिहड़े ने एक बार दोबारा तो रिवाइज करते हैं। सानू दिता होएगा क्लास इंटरवल दिती होएगी, क्लास इंटरवल तो नैक्सट स्टैप की होएगा साडा, नाल ही सानू फ्रीकुएंसीज भी दित्तियां होणगियां। सो ये दो चीज़ां दित्तियां होणगियां, क्लास इंटरवल और फ्रीकुएंसी। आ दो कॉलम तो तुहानू दित्ते होणगे, एक कॉलम तुसी खुद क्रिएट करोगे क्लास मार्क का, जिन्हों असीं बोलते हैं अपर लिमिट प्लस लोअर लिमिट डिवाइडेड बाय 2। सो क्लास मार्क आ जाएगी। फिर तुसी की करना है, एक नवा कॉलम क्रिएट करना है जो है डी आई का, और डी आई की है ओ वाला नंबर माइनस करो जिंदी फ्रीकुएंसी ज़्यादा वारी आ रही सी। मान लो इत्थे कोई नंबर सीगा, लेट इट बी ए, जिंदी फ्रीकुएंसी सब नालों ज़्यादा टाइम्स आ रही सीगी, तो तुसी की करना है सारे एक्सरसाइज दे विचों ओ वाला ए सबट्रैक्ट करना है। इस कॉलम को असीं बोलते हैं डी आई। फिर उस तो अगला कॉलम बनेगा एफ आई डी आई का, मतलब जो भी इत्थे एंट्रीज आनगियां उन्हां नूं तुसीं एफ आई दे नाल मल्टीप्लाई करोगे तो इत्थे लिखी जाओगे एफ आई डी आई, इनू इहदे नाल मल्टीप्लाई, इनू इहदे नाल, इनू इहदे नाल, तो इत्थे सारियां तुसीं लिखोगे एफ आई डी आई। फिर इहदा करोगे टोटल, जिन्हों तुसीं लिखोगे समीशन एफ आई डी आई। सो जो भी टोटल आएगा इत्थे लिखोगे, इत्थे जिहड़ा टोटल आएगा उन्होंने लिखोगे समीशन एफ आई, ते मीन कड्ढण लई फॉर्मूला जिहड़ा लगाओगे वो लगाओगे समीशन एफ आई डी आई अपॉन समीशन एफ आई प्लस ए। तो ए किहड़ा नंबर सीगा, जिहड़ा नंबर असी सब नालों सबट्रैक्ट कीता सी, और इहदे नाल निकलेगा कि मीन निकलेगा, और इस मैथड को असीं बोलते हैं एज्यूम्ड मीन मैथड। सो स्टैप्स तुसीं बिल्कुल इसी तरीके नाल ही रखने ने। क्लास इंटरवल और फ्रीकुएंसी दित्ती होएगी, अगर तुहानूं ये वर्टिकल दे विच दित्ता है तो तुसीं इहनूं सॉरी हॉरिजॉन्टली दित्ती हुई है तो इहनूं वर्टिकली जरूर कर लेना। तुहाडे कुछ क्वेश्चन तो इदां ही लिखे हुए है क्लास इंटरवल फ्रीकुएंसी, कुछ इस तरीके नाल ने। सो तुसीं कॉलम्स नूं इदां जरूर बना लेना वर्टिकल कॉलम्स। दैन की करोगे तुसीं एक्स आई कड्डोगे, फिर डी आई कड्ढण लई की करोगे, ओ वाला नंबर माइनस करना है एक्सरसाइज दे विचों जिंदी फ्रीकुएंसी सब नालों ज़्यादा है। सो डी आई निकल आएगा, दैन तुसीं कड्डोगे एफ आई डी आई, फिर एफ आई डी आई नूं ऐड करके लिख लोगे समीशन एफ आई डी आई, तो जदों सारे एफ आईज नूं ऐड करोगे आ जाएगा समीशन एफ आई। सो मेनली फॉर्मूला लगाओगे एफ आई डी आई डिवाइडेड बाय एफ आई द सम प्लस करोगे ए। सो ए ओ नंबर है जिहड़ा कि प्रॉब्लम क्रिएट कर रहा सी, जिंदी फ्रीकुएंसी की सी सब नालों ज़्यादा। सो स्टूडेंट अज आपां डिस्कस किया है एज्यूम्ड मीन मैथड। तुसीं जिहड़े क्वेश्चन ट्राई कीते सी डायरैक्ट मैथड दे नाल, हुण इस मैथड नाल भी ट्राई जरूर करना। सो अज आपां एक मैथड डिस्कस किया है जो है एज्यूम्ड मीन मैथड। नैक्सट क्लास दे विच असीं देखांगे कि एज्यूम्ड मीन मैथड नूं भी होर ईजी किवें कर सकदे आ। सो तुसीं पहला अपनी प्रैक्टिस जिहड़ी है डायरैक्ट मैथड ते एज्यूम्ड मीन मैथड दी करके रखनी है, ताकि असी कंपेयर कर सकीए कि केड़ा मैथड ईजी है। तो कई बार तुहानूं क्वेश्चन ना डायरैक्ट स्कूल पेपर ही चाहता है कि सॉल्व करो एक डायरैक्ट मैथड नाल या पर्टिकुलरली लिखिया आंदा है एज्यूम्ड मैथड दे नाल। सो तुहानूं मैथड पता होने चाहिए ने, सारे स्टैप्स पता होने चाहिए ने। सो तो यह चीज़ जिहड़ी है प्रैक्टिस दे नाल आएगी। सो प्रैक्टिस जरूर करना। अज दा टॉपिक आपां इत्थे ही खत्म करते हैं। धन्यवाद।